ਮਾਏ ਨੀ ਤੇਰੇ ਹੱਡ ਦੁਖ ਦੇ ਤੇ ਮੂੰਹੋਂ ਬੋਲੇ ਹਾਏ ਮੇਰੀ ਮਾਂ। ਏਦਾਂ ਤੈਨੂੰ ਕੀ ਮਿਲ ਜਾਂਦਾ ਏ ਮੇਰੀ ਸਮਝ ਨਾ ਆਏ ਮੇਰੀ ਮਾਂ। ਸਾਰਾ ਭੇਦ ਹੀ ਨੰਗਾ ਹੋ ਗਿਆ ਜਦ ਇੱਕ ਕੰਡਾ ਮੇਰੇ ਚੁਭਿਆ। ਇੱਕ ਹੱਥ ਦਿਲ ਤੇ ਇੱਕ ਅੱਡੀ ਵੱਲ ਤੇ ਮੂੰਹੋਂ ਨਿਕਲਿਆ ਹਾਏ ਮੇਰੀ ਮਾਂ। ਮੇਰੀ ਮਾਂ ਮੇਰੀ ਮਾਂ। ਇੱਕ ਦਿਨ ਮੈਂ ਮਾਂ ਨੂੰ ਕਿਹਾ ਨੀ ਮਾਂ ਤੇਰੀ ਮਾਂ ਕਿਹੋ ਜਿਹੀ ਸੀ। ਛਾਂ ਆਪਣੀ ਵੱਲ ਉਂਗਲੀ ਕਰਕੇ ਹੱਸ ਕੇ ਬੋਲੀ ਇਹੋ ਜਿਹੀ ਸੀ। ਉਦੋਂ ਮੁੱਲ ਦਾ ਲੱਗਦਾ ਪਤਾ, ਉਦੋਂ ਮੁੱਲ ਦਾ ਲੱਗਦਾ ਪਤਾ ਜਦ ਚੀਜ਼ ਹੋ ਜਾਵੇ ਚੋਰੀ। ਹੋ ਬਹੁਤ ਦੂਰ ਤੱਕ ਪਿੱਛਾ ਕਰਦੀ ਏ ਮਾਂ ਦੀ ਲੋਰੀ ਕਰਦੀ ਏ ਮਾਂ ਦੀ ਲੋਰੀ। ਅਮੜੀ ਕੱਢੇ ਲੱਖਾਂ ਗਾਲਾਂ, ਅਮੜੀ ਕੱਢੇ ਲੱਖਾਂ ਗਾਲਾਂ ਇੱਕ ਵੀ ਗਾਲ ਨਾ ਲੱਗਦੀ ਹੋ। ਜਿਸ ਨੇ ਮਾਂ ਦੀ ਅਸੀਸ ਹੀ ਲੁੱਟ ਲਈ ਦੌਲਤ ਲੁੱਟ ਲਈ ਜਗ ਦੀ ਹੋ। ਮਾਂ ਦੀ ਬੁੱਕਲ ਰੱਬ ਦੀ ਬੁੱਕਲ ਹੋ। ਮਾਂ ਦੀ ਬੁੱਕਲ ਰੱਬ ਦੀ ਬੁੱਕਲ ਇੱਕ ਵੀ ਨਾ ਜਿਸ ਵਿੱਚ ਮੋਰੀ। ਹੋ ਬਹੁਤ ਦੂਰ ਤੱਕ ਪਿੱਛਾ ਕਰਦੀ ਏ ਮਾਂ ਦੀ ਲੋਰੀ ਕਰਦੀ ਏ ਮਾਂ ਦੀ ਲੋਰੀ। ਕਿਸ ਤਾਰੇ ਨੂੰ ਅਰਗ ਚੜਾਵਾਂ, ਕਿਸ ਤਾਰੇ ਨੂੰ ਅਰਗ ਚੜਾਵਾਂ। ਹਰ ਇੱਕ ਲੱਗਦਾ ਮਾਂ ਵਾਲਾ ਤਾਰਾ, ਹਰ ਇੱਕ ਤਾਰਾ ਜਗਦਾ ਬੁਝਦਾ, ਹਰ ਇੱਕ ਤਾਰਾ ਪਰੇ ਹੁੰਗਾਰਾ। ਰਾਤੇ ਨੀ ਮਾਂ ਵਰਗੀ ਏ ਰਾਤੇ ਹੋ ਰਾਤੇ ਨੀ ਮਾਂ ਵਰਗੀ ਏ ਰਾਤੇ ਤੂੰ ਚਾਨਣ ਤੋਂ ਗੋਰੀ। ਹੋ ਬਹੁਤ ਦੂਰ ਤੱਕ ਪਿੱਛਾ ਕਰਦੀ ਏ ਮਾਂ ਦੀ ਲੋਰੀ ਕਰਦੀ ਏ ਮਾਂ ਦੀ ਲੋਰੀ। ਸੋ ਮੈਂ ਗੱਲ ਕਰਨ ਜਾ ਰਿਹਾ ਹਾਂ ਉਸ ਮਾਂ ਦੀ ਜੋ ਰੱਬ ਤੋਂ ਦੂਸਰੇ ਨੰਬਰ ਤੇ ਆਉਂਦੀ ਹੈ। ਕਹਿੰਦੇ ਨੇ ਕਿ ਰੱਬ ਹਰ ਥਾਂ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਵਾਸਤੇ ਹਰ ਜਗ੍ਹਾ ਨਹੀਂ ਪਹੁੰਚ ਸਕਦਾ ਸੀ, ਇਸ ਕਰਕੇ ਉਸਨੇ ਮਾਂ ਬਣਾਈ। ਉਹ ਮਾਂ ਜੋ ਆਪਣੇ ਬੱਚੇ ਦੇ ਜਨਮ ਤੋਂ ਲੈ ਕੇ ਉਸ ਲਈ ਦੁਆਵਾਂ ਮੰਗਦੀ ਹੀ ਮਰ ਜਾਂਦੀ ਹੈ। ਤੇ ਜੇ ਇਹ ਗੱਲ ਸੱਚ ਹੈ ਕਿ ਹਰ ਵਿਅਕਤੀ ਦੀ ਕਾਮਯਾਬੀ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹੈ, ਤਾਂ ਯਕੀਨਨ ਉਹ ਔਰਤ ਹੋਰ ਕੋਈ ਨਹੀਂ, ਮਾਂ ਹੈ। ਇਸ ਗੱਲ ਨੂੰ ਮੈਂ ਇੰਜ ਸਪਸ਼ਟ ਕਰਨਾ ਚਾਹਾਂਗਾ ਕਿ ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ। ਆਮ ਕਰਕੇ ਜਦੋਂ ਇਸ ਤੁਕ ਦੀ ਗੱਲ ਆਉਂਦੀ ਹੈ ਤਾਂ ਸਾਰੇ ਜਣੇ ਇਸ ਦੀ ਵਿਆਖਿਆ ਇਸ ਤਰ੍ਹਾਂ ਕਰਦੇ ਨੇ ਕਿ ਉਸ ਇਸਤਰੀ ਨੂੰ ਮੰਦਾ ਨਹੀਂ ਕਹਿਣਾ ਚਾਹੀਦਾ। ਉਹ ਪਹਿਲੀ ਗੱਲ ਤੇ ਜ਼ਿਆਦਾ ਜ਼ੋਰ ਦਿੰਦੇ ਨੇ, ਦੂਸਰੀ ਗੱਲ ਤੇ ਘੱਟ। ਜਿਤ ਜੰਮੈ ਰਾਜਾਨ। ਇਸਤਰੀ ਤੇ ਪੁਰਾਤਨ ਕਾਲ ਤੋਂ ਹੀ ਇਲਜ਼ਾਮ ਲੱਗਦੇ ਆ ਰਹੇ ਹਨ ਕਿ ਇਹ ਉੱਚ ਕੋਟੀ ਦੀ ਵਿਦਵਾਨ, ਵਿਗਿਆਨੀ ਤੇ ਸੰਤ ਆਦ ਨਹੀਂ ਬਣ ਸਕੀ। ਮਨੂ ਸਮ੍ਰਿਤੀ ਦਾ ਗ੍ਰੰਥ ਇਸ ਬਾਰੇ ਗਵਾਹੀ ਦਿੰਦਾ ਹੈ। ਪਰ ਗੁਰੂ ਸਾਹਿਬ ਕਹਿੰਦੇ ਉਹ ਵੱਡੀ ਵਿਦਵਾਨ, ਵਿਗਿਆਨੀ ਜਾਂ ਸੰਤ ਕਿਵੇਂ ਬਣਦੀ? ਉਹ ਬਣਨਾ ਤਾਂ ਚਾਹੁੰਦੀ ਸੀ ਤੇ ਬਣਨ ਬਾਰੇ ਸੋਚਦੀ ਵੀ ਰਹੀ,
ਪਰ ਹਾਲਾਤਾਂ ਨੇ ਉਸ ਨੂੰ ਬਣਨ ਨਹੀਂ ਦਿੱਤਾ। ਪਰ ਉਸ ਦੇ ਉਹ ਵਿਦਵਾਨ ਤੇ ਵਿਗਿਆਨਿਕ ਸੋਚਣੀ ਦੇ ਜੀਨਸ ਉਸ ਦੇ ਬੱਚੇ ਅੰਦਰ ਚਲੇ ਗਏ। ਤੇ ਜੇ ਤੂੰ ਅੱਜ ਵਿਦਵਾਨ ਹੈ ਤਾਂ 100% ਉਸ ਮਾਂ ਦਾ ਧੰਨਵਾਦ ਕਰਨਾ ਬਣਦਾ ਹੈ। ਤੇ ਜੇ ਤੂੰ ਮੰਜ਼ਿਲ ਤੇ ਪਹੁੰਚ ਕੇ ਮਾਂ ਦਾ ਧੰਨਵਾਦ ਨਾ ਕਰੇ ਤਾਂ ਤੇਰੇ ਵਰਗਾ ਤਾਂ ਕੋਈ ਅਕ੍ਰਿਤ ਕਣ ਹੋ ਹੀ ਨਹੀਂ ਸਕਦਾ। ਮਾਂ ਨੂੰ ਆਪਾਂ ਕਈ ਰੂਪਕ ਪੱਖਾਂ ਵਿੱਚ ਵੀ ਵੇਖਦੇ ਹਾਂ ਕਿ ਮਾਂ ਇੱਕ ਕੀੜੀ ਦੀ ਤਰ੍ਹਾਂ ਹੈ। ਦੁਨੀਆ ਵਿੱਚ ਜੇ ਕਿਸੇ ਨੂੰ ਕੀੜੀ ਕਹਿ ਦਈਏ ਤਾਂ ਉਹ ਯਕੀਨਨ ਬੁਰਾ ਮੰਨੇਗਾ, ਪਰ ਨਹੀਂ, ਮਾਂ ਕੀੜੀ ਦੀ ਤਰ੍ਹਾਂ ਹੈ। ਕੀੜੀ ਦਾ ਸਭ ਤੋਂ ਵੱਡਾ ਗੁਣ ਇਹ ਹੈ ਕਿ ਜਦੋਂ ਉਸ ਨੂੰ ਕੋਈ ਚੀਜ਼ ਮਿਲਦੀ ਹੈ ਤਾਂ ਉਹ ਇਕੱਲੀ ਉਸ ਚੀਜ਼ ਨੂੰ ਨਹੀਂ ਖਾਂਦੀ, ਬਲਕਿ ਆਪਣੀ ਖੁੱਡ ਦੇ ਸਾਰੇ ਹੀ ਮੈਂਬਰਾਂ ਨੂੰ ਉਸ ਤੱਕ ਪਹੁੰਚਾਉਂਦੀ ਹੈ। ਮਾਂ ਨੂੰ ਵੀ ਕੋਈ ਚੀਜ਼ ਮਿਲੇ ਤਾਂ ਉਹ ਸੰਭਾਲ ਲੈਂਦੀ ਹੈ। ਕਿਸ ਵਾਸਤੇ? ਆਪਣੇ ਬੱਚਿਆਂ ਵਾਸਤੇ। ਆਪਣੇ ਬੱਚਿਆਂ ਨੂੰ ਖਵਾ ਕੇ ਹੀ ਆਪਣਾ ਢਿੱਡ ਭਰ ਲੈਂਦੀ ਹੈ। ਮਾਂ ਵਰਗਾ ਕਣ ਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ, ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸੁਰਗ ਬਣਾਏ। ਹੋਰ ਕੁੱਲ ਦੁਨੀਆ ਦੇ ਬੂਟੇ ਜੜ ਸੁੱਕਿਆਂ ਮੁਰਝਾਂਦੇ, ਐਪਰ ਇਹ ਬੂਟਾ ਫੁੱਲਾਂ ਦੇ ਸੁੱਕਿਆਂ ਮਰ ਜਾਏ। ਮਾਂ ਕਿੰਨੀ ਕੁ ਮਹਾਨ ਹੈ ਕਿ ਜਦੋਂ ਤੂੰ ਅਜੇ ਕੁੱਖ ਵਿੱਚ ਹੀ ਸੀ, ਅਜੇ ਬੀਜ ਹੀ ਸੀ, ਤੇਰੇ ਤੋਂ ਆਪਣਾ ਸਭ ਕੁਝ ਵਾਰਦੀ ਰਹੀ। ਆਪਣਾ ਰੂਪ, ਆਪਣਾ ਆਹਾਰ, ਸਮਾਂ, ਆਪਣੀ ਸੱਤਿਆ, ਸਭ ਕੁਝ ਤੇਥੋਂ ਵਾਰਦੀ ਰਹੀ। ਇਹ ਸਭ ਜਾਣਦੇ ਹਨ ਕੋਈ ਬੀਜ ਓਨੀ ਦੇਰ ਤੱਕ ਪ੍ਰਫੁੱਲਤ ਹੋ ਕੇ ਪੌਦਾ ਨਹੀਂ ਬਣਦਾ ਜਿੰਨੀ ਦੇਰ ਤੱਕ ਧਰਤੀ ਆਪਣੀ ਸੱਤਿਆ ਦਾ ਕੁਝ ਭਾਗ ਬੀਜ ਤੇ ਨਿਛਾਵਰ ਨਹੀਂ ਕਰਦੀ। ਧਰਤੀ ਆਪ ਛੋਟੀ ਹੁੰਦੀ ਹੈ ਪਰ ਬੀਜ ਨੂੰ ਵੱਡਿਆਂ ਕਰਦੀ ਹੈ। ਮਾਂ ਆਪ ਛੋਟੀ ਹੋ ਕੇ ਆਪਣੀ ਕੁੱਖ ਵਿੱਚ ਪਲ ਰਹੇ ਬੱਚੇ ਨੂੰ ਵੱਡਿਆਂ ਕਰਦੀ ਹੈ ਤੇ ਹੈਰਾਨੀ ਦੀ ਗੱਲ ਹੈ ਕਿ ਇਹਨਾਂ ਵੱਡਿਆਂ ਨੂੰ ਵੇਖ ਕੇ ਖੁਸ਼ ਹੁੰਦੀ ਹੈ। ਦੁਨੀਆ ਵਿੱਚ ਤਾਂ ਇਸ ਤਰ੍ਹਾਂ ਦੇਖਣ ਨੂੰ ਮਿਲਦਾ ਹੈ ਕਿ ਕੋਈ ਵੱਡਾ ਹੋਵੇ ਤਾਂ ਦੁਨੀਆ ਉਸ ਵੱਲ ਵੇਖ ਕੇ ਸੜਦੀ ਹੈ ਕਿ ਕਿਉਂ ਵੱਡਾ ਹੋ ਗਿਆ, ਪਰ ਪੂਰੇ ਰੂਹੇ ਜ਼ਮੀਨ ਤੇ ਇੱਕੋ ਇੱਕ ਜਿਹੜੀ ਇਹਨਾਂ ਵੱਡਿਆਂ ਨੂੰ ਵੇਖ ਕੇ ਬਲਿਹਾਰ ਜਾਂਦੀ ਹੈ ਤਾਂ ਉਹ ਹੈ ਮਾਂ। ਸ਼ਾਇਦ ਇਸੇ ਕਰਕੇ ਸਾਡੇ ਦੇਸ਼ ਵਿੱਚ ਧਰਤੀ ਨੂੰ ਮਾਂ ਕਿਹਾ ਗਿਆ ਹੈ। ਗੁਰੂ ਨਾਨਕ ਦੇਵ ਜੀ ਵੀ ਕਹਿੰਦੇ ਹਨ, ਮਾਤਾ ਧਰਤ ਮਾਤ, ਕਿ ਧਰਤੀ ਮਾਂ ਹੈ। ਮਾਂ ਬੱਚੇ ਵਿੱਚ ਤੇ ਬੱਚਾ ਮਾਂ ਵਿੱਚ ਬੜੀ ਡੂੰਘਾਈ ਵਿੱਚ ਵਸੇ ਹੋਏ ਹੁੰਦੇ ਹਨ। ਆਮ ਵੇਖਣ ਚ ਆਉਂਦਾ ਹੈ ਕਿ ਮਰੇ ਹੋਏ ਪਿਓ ਦੀ ਤਾਂ ਕੁਝ ਸਾਲਾਂ ਬਾਅਦ ਸ਼ਕਲ ਵੀ ਚੇਤੇ ਨਹੀਂ ਰਹਿੰਦੀ, ਪਰ ਮਾਂ ਦਾ ਚਿਹਰਾ ਮਰਦੇ ਦਮ ਤੱਕ ਦਿਲ ਵਿੱਚ ਰਹਿੰਦਾ ਹੈ। ਇਹ ਵੀ ਦੇਖਣ ਚ ਆਉਂਦਾ ਹੈ ਕਿ ਆਪਣੀ ਆਪਸੀ ਲੜਾਈ ਕਾਰਨ ਪਤੀ ਤਾਂ ਤਲਾਕ ਦੇ ਕੇ ਦੂਜਾ ਵਿਆਹ ਕਰਵਾ ਲੈਂਦਾ ਹੈ, ਪਰ ਮਾਂ ਆਪਣੀ ਸਾਰੀ ਉਮਰ ਆਪਣੇ ਬੱਚਿਆਂ ਦੇ ਨਾਲ ਰਹਿ ਕੇ ਗੁਜ਼ਾਰ ਦਿੰਦੀ ਹੈ। ਇੱਕ ਦੂਜੇ ਦੇ ਦਿਲ ਵਿੱਚ ਬਹੁਤ ਦੂਰ ਤੱਕ ਵਸਦੇ ਹਨ। ਕਿਸੇ ਨੂੰ ਕੋਈ ਚੋਟ ਲੱਗਦੀ ਤਾਂ ਇੱਕ ਤਾਂ ਮੂੰਹ ਨਿਕਲਦਾ ਉਈ ਮਾਂ, ਹਾਏ ਮਾਂ। ਇਦਾਂ ਕਦੇ ਵੀ ਨਹੀਂ ਨਿਕਲਦਾ ਕਿ ਉਈ ਪਿਓ, ਹਾਏ ਪਿਓ। ਕਿਉਂ? ਮਾਂ ਦੂਰ ਤੱਕ ਵਸੀ ਹੋਈ ਹੈ। ਮਾਂ ਲਈ ਦੁਨੀਆ ਵਿੱਚ ਸਭ ਤੋਂ ਵੱਡਾ ਉਸਦਾ ਪੁੱਤਰ ਹੈ। ਹਰ ਮਾਂ ਆਪਣੇ ਪੁੱਤਰ ਨੂੰ ਰਾਜਾ ਬੇਟਾ ਕਹਿੰਦੀ ਹੈ। ਦੁਨੀਆ ਭਾਵੇਂ ਉਸ ਨੂੰ ਨਾਦਾਨ ਕਹੀ ਜਾਵੇ, ਪਿਓ ਵੀ ਕਈ ਦਫਾ ਕਹਿ ਦਿੰਦਾ ਇਹ ਤਾਂ ਨਿਆਣਾ ਤਾਂ ਹੈ, ਨਾਦਾਨ ਹੈ, ਪਰ ਨਹੀਂ, ਮਾਂ ਲਈ ਇਹ ਰਾਜਾ ਬੇਟਾ ਹੈ। ਕੋਈ ਮਾਂ ਆਪਣੇ ਬੱਚੇ ਨੂੰ ਭਿਖਾਰੀ ਬੇਟਾ ਨਹੀਂ ਕਹਿੰਦੀ। ਤੇ ਰਾਜੇ ਦੀਆਂ ਤਾਂ ਸਭ ਗੁਲਾਮੀਆਂ ਕਰਦੇ ਨੇ। ਹਾਂ, ਸੱਚਮੁੱਚ ਇਹ ਤੇਰੀਆਂ ਗੁਲਾਮੀਆਂ ਹੀ ਕਰਦੀ ਰਹੀ, ਤੇਰਾ ਹਰ ਕੰਮ ਕਰਦੀ ਰਹੀ। ਤੇ ਸਾਡੇ ਦੇਸ਼ ਵਿੱਚ ਇੱਕ ਕਹਾਵਤ ਹੈ कि समर्थ को नहीं दोष गोसाई, कि जो शक्तिमान है, समर्थ है, राजा है, उस विच कोई दोष नहीं। क्योंकि बेटा राजा है इसलिए मां नूं उस विच कोई दोष दिखाई नहीं दिंदा। भावें संसार दियां नज़रां विच, कानून दियां नज़रां विच मुजरिम है, पर मां दियां नज़रां विच सब तो चंगा है। कहंदे ने मावां सारियां इक्को जिहियां हुंदियां हन, पर कई विद्वान इस नाल सहमत नहीं। वो कहते हैं कि होर अवतारी पुरुषों वांग मावां दियां भी कोटियां हन। प्रथम कोटि दी मां, द्वितीय श्रेणी दी मां, तृतीय श्रेणी दी मां। एक विद्वान को किसी ने पूछा कि बच्चे दे आचरण दे निर्माण की तैयारी कदों तो शुरू करनी चाहिए है, तो उसने जवाब दिता कि उस दे जन्म तो 21 साल पहला, भाव उसकी मां भी आचरण वाली होनी चाहिए है। जे माता तृप्ता जी की कोख विचों गुरु नानक देव जी वर्गे महान संत गुरु पैदा होए हन, तो यह समझ लेना चाहिए है कि माता तृप्ता जी का अपना जीवन बड़ा महान सी। कुछ मावां दी कुख विचों भगत कबीर ते गुरु गोबिंद सिंह जी वर्गे जोधे ते संत जन्म लैंदे हन, ते कुछ मावां
ਕੰਸ ਵਰਗਿਆਂ ਨੂੰ ਇਸ ਸੰਸਾਰ ਵਿੱਚ ਲਿਆਉਣ ਦਾ ਕਾਰਨ ਬਣਦੀਆਂ ਹਨ। ਅਕਸਰ ਦੇਖਣ ਨੂੰ ਮਿਲਦਾ ਹੈ ਕਿ ਬੱਚਾ ਚੰਗਾ ਹੋਵੇ ਤਾਂ ਝੱਟ ਮੂੰਹੋਂ ਨਿਕਲਦਾ ਹੈ ਕਿ ਤਿੰਨ ਧਨ ਜਣੇਂਦੀ ਮਾਓ ਆਏ ਸਫਲ ਤੇ, ਕਿ ਤੇਰੀ ਮਾਂ ਧਨ ਹੈ ਜਿਸਨੇ ਤੇਰੇ ਵਰਗੇ ਪੁੱਤਰ ਨੂੰ ਜਨਮ ਦਿੱਤਾ। ਤੇ ਜੇ ਪੁੱਤ ਕਪੁੱਤ ਹੋਵੇ ਤਾਂ ਸੰਸਾਰ ਝੱਟ ਕਹਿ ਉੱਠਦਾ ਹੈ ਕਿ ਭੈੜੀ ਹੈ ਤੇਰੀ ਮਾਂ, ਲਾਨਤ ਹੈ ਤੇਰੇ ਜੰਮਣ ਤੇ। ਇਹ ਜੋ ਗਾਹੇ ਬਗਾਹੇ ਉਂਗਲਾਂ ਮਾਂ ਤੇ ਉੱਠਦੀਆਂ ਹਨ, ਐਵੇਂ ਨਹੀਂ ਉੱਠਦੀਆਂ। ਮਾਂ ਕਾਰਨ ਬਣੀ ਹੈ ਕਿ ਇਹ ਭੈੜੀ ਸੱਤਿਆ ਸੰਸਾਰ ਵਿੱਚ ਆ ਸਕੇ। ਇਹਨਾਂ ਤੱਥਾਂ ਦੇ ਆਧਾਰ ਤੇ ਹੀ ਵਿਦਵਾਨ ਲੋਕ ਮਾਵਾਂ ਦੀਆਂ ਸ਼੍ਰੇਣੀਆਂ ਬਣਾਉਂਦੇ ਹਨ। ਪਰ ਮਾਂ ਭਾਵੇਂ ਹੋਵੇ ਪ੍ਰਥਮ ਸ਼੍ਰੇਣੀ ਦੀ ਤੇ ਭਾਵੇਂ ਕਿਸੇ ਹੋਰ ਸ਼੍ਰੇਣੀ ਦੀ, ਹਰ ਇੱਕ ਦੇ ਮਨ ਵਿੱਚ ਆਪਣੇ ਬੱਚੇ ਲਈ ਪਿਆਰ ਅਸੀਮ ਹੈ। ਹਰ ਵੇਲੇ ਆਪਣੇ ਬੱਚਿਆਂ ਲਈ ਉਹ ਦੁਆਵਾਂ ਕਰਦੀ ਰਹਿੰਦੀ ਹੈ। ਦੁਨੀਆ ਅਰਦਾਸਾਂ ਕਰਾਉਂਦੀ ਹੈ ਮੰਦਰਾਂ ਦੇ ਪੁਰੋਹਿਤਾਂ ਕੋਲੋਂ, ਗੁਰਦੁਆਰੇ ਦੇ ਭਾਈ ਜੀ ਕੋਲੋਂ, ਤੀਰਥ ਸਥਾਨਾਂ ਤੇ, ਪਰ ਪੂਰੀ ਦੁਨੀਆ ਵਿੱਚ ਜੇ ਤੇਰੇ ਵਾਸਤੇ ਕੋਈ ਸੱਚੀ ਦੁਆ ਮੰਗ ਸਕਦਾ ਹੈ ਤਾਂ ਉਹ ਹੈ ਮਾਂ। ਮੈਂ ਤਾਂ ਕਹਾਂਗਾ ਜੇ ਦੁਆ ਕਬੂਲ ਵੀ ਹੁੰਦੀ ਹੈ ਤਾਂ ਸਿਰਫ ਮਾਂ ਦੀ ਹੁੰਦੀ ਹੈ, ਹੋਰ ਕਿਸੇ ਦੀ ਨਹੀਂ ਹੁੰਦੀ। ਮਾਂ ਬੱਚੇ ਦੇ ਇੰਨੀ ਕੁ ਕਰੀਬ ਹੁੰਦੀ ਹੈ ਕਿ ਜਦੋਂ ਬੱਚਾ ਛੋਟਾ ਸੀ, ਕੋਈ ਚਾਚਾ ਤਾਇਆ ਘੂਰੇ, ਝੱਟ ਮਾਂ ਕੋਲ ਜਾਂਦਾ। ਦੋਸਤ ਮਿੱਤਰ ਕਿਤੇ ਖੇਡਦੇ ਹੋਏ ਕੁੱਟਣ, ਝੱਟ ਮਾਂ ਕੋਲ ਜਾਂਦਾ। ਪਿਓ ਮਾਰੇ ਤਾਂ ਮਾਂ ਕੋਲ। ਮਾਂ ਨੂੰ ਆਪਣਾ ਕਿਲਾ ਸਮਝਦਾ ਸੀ, ਕਿਲਾ। ਸਿਪਾਹੀ ਨੂੰ ਕੋਈ ਦੁੱਖ ਲੱਗਦਾ ਨਾ ਤੇ ਉਹ ਭੱਜ ਕੇ ਕਿਲੇ ਅੰਦਰ ਵੜ ਜਾਂਦੇ ਨੇ। ਇਹ ਮਾਂ ਨੂੰ ਆਪਣਾ ਕਿਲਾ ਸਮਝਦਾ। ਤੇ ਜੇ ਕਿਤੇ ਇੱਦਾਂ ਹੋਵੇ ਕਿ ਮਾਂ ਮਾਰ ਮਾਰ ਕੇ ਬੂਥਾ ਲਾਲ ਕਰ ਦੇਵੇ, ਰੋਂਦਾ ਜ਼ਰੂਰ ਹੈ ਪਰ ਜਾਂਦਾ ਫਿਰ ਮਾਂ ਕੋਲ ਹੀ ਹੈ। ਤੇ ਯਾਰੋ, ਜਿਹੜਾ ਕਿਲਾ ਸਾਡੀ ਅੱਜ ਤੱਕ ਰੱਖਿਆ ਕਰਦਾ ਆਇਆ ਸੀ, ਉਸ ਨੂੰ ਅਸੀਂ ਅੱਜ ਨਾ ਪੁੱਛੀਏ ਤਾਂ ਸਾਡੇ ਵਰਗਾ ਅਕ੍ਰਿਤ ਕਣ ਹੋਰ ਕੌਣ ਹੋ ਸਕਦਾ ਹੈ। ਸੋ ਲੋੜ ਹੈ ਅਸੀਂ ਮਾਂ ਰੂਪੀ ਇਸ ਦੌਲਤ ਨੂੰ ਸੰਭਾਲ ਕੇ ਰੱਖੀਏ, ਹੋਰ ਦੁਨੀਆ ਦੀ ਝੂਠੀ ਦੌਲਤ ਪਿੱਛੇ ਲੱਗ ਕੇ ਇਸ ਦਾ ਤਿਆਗ ਨਾ ਕਰੀਏ। ਸੋ ਅਖੀਰ ਤੇ ਇਹਨਾਂ ਸਤਰਾਂ ਦੇ ਨਾਲ ਸਮਾਪਤੀ ਕਰਨਾ ਚਾਹਾਂਗਾ, ਜਿਹਦੇ ਵਿੱਚ ਬੱਚਾ ਆਪਣੀ ਮਾਂ ਨੂੰ ਕਹਿੰਦਾ ਹੈ ਕਿ ਰੁਤਬਾ ਇਹ ਤੇਰੇ ਦਰ ਕੋ ਮੇਰੇ ਸਰ ਸੇ ਮਿਲਾ ਹੈ, ਕਿ ਮੈਂ ਤੈਨੂੰ ਮਾਂ ਕਹਿਣਾ, ਮੈਂ ਤੇਰੇ ਅੱਗੇ ਮੱਥੇ ਟੇਕਦਾ ਤਾਂ ਤੇਰੀ ਜਿਹੜੀ ਵਡਿਆਈ ਸੰਸਾਰ ਵਿੱਚ ਹੁੰਦੀ ਹੈ, ਕਿ ਮੇਰੇ ਆਣ ਤੇ ਹੀ ਤੈਨੂੰ ਇਹ ਰੁਤਬਾ ਮਿਲਿਆ। ਮੈਂ ਤੇਰੇ ਅੱਗੇ ਨਮਸਕਾਰ ਕਰਦਾ, ਤੇਰੇ ਅੱਗੇ ਸਿਰ ਝੁਕਾਨਾ ਤਾਂ ਹੀ ਤੈਨੂੰ ਐਡਾ ਵੱਡਾ ਰੁਤਬਾ ਪ੍ਰਾਪਤ ਹੋਇਆ। रुतबा ये तेरे दर को मेरे सर से मिला है, हालांकि ये सर भी तेरे दर से ही मिला है। माँ किते झिड़क दिंदी सी, किते मारदी सी, तो ਉਹਦੇ बारे भी लिखदा है कि ठोकर किसी पत्थर से कर खाई है मैंने, मंजिल का निशान भी तो उसी पत्थर से मिला है। सो लोड़ है माँ वर्गे इस नायाब ਤੋਹਫੇ ਦੀ ਸੰਭਾਲ ਕਰਨ ਦੀ। ਤੇ ਜੇ ਨਾ ਕੀਤਾ ਤਾਂ ਮਾਂ ਦਾ ਫਿਰ ਦੁਖੀ ਹਿਰਦਾ ਇਸ ਤਰ੍ਹਾਂ ਵਿਰਲਾਪ ਕਰੇਗਾ ਕਿ ਪੁੱਤਰੋ, ਇਹ ਗੱਲ ਯਾਦ ਰੱਖੋ, ਜਿਸ ਦੇਸ਼ ਦੀ ਬਜ਼ੁਰਗੀ ਰੁਲੇਗੀ ਉਸ ਦੀ ਨਾ ਸਾਖ ਤੁਰੇਗੀ। ਸਾਨੂੰ ਘਰਾਂ ਵਿੱਚ ਹੀ ਨਹੀਂ, ਦਿਲ ਵਿੱਚ ਵੀ ਥਾਂ ਦਿਓ। ਸਾਨੂੰ ਸਾਡਾ ਨਾਂ ਦਿਓ, ਨਾ ਭੇਜੋ ਸਾਨੂੰ ਬਿਰਧ ਘਰਾਂ ਵਿੱਚ। ਇੱਥੇ ਹੀ ਘਰਾਂ ਵਿੱਚ ਅਸੀਂ ਤੁਹਾਡੇ ਪੋਤੇ ਪੋਤੀਆਂ ਦੀਆਂ ਤੋਤਲੀਆਂ ਸੁਣਾਂਗੀਆਂ। ਸਾਥੋਂ ਅਸੀਸਾਂ ਲੈ ਲਵੋ, ਸ਼ਾਲਾ ਤੁਹਾਨੂੰ ਖੰਭ ਉੱਗਣ, ਤੁਸੀਂ ਨੀਲੇ ਗਗਨਾਂ ਵਿੱਚ ਉਡਾਰੀਆਂ ਭਰੋ। ਤੁਹਾਡਾ ਤਾਂ ਮਾਸਾ ਸਤਿਕਾਰ ਅਸੀਂ ਬਹੁਤ ਕਰ ਜਾਣੀਏ, ਤੁਹਾਡੀਆਂ ਖੁਸ਼ੀਆਂ ਵਿੱਚ ਹੀ ਖੁਸ਼ੀਆਂ ਮਾਣੀਏ। ਨਵੀਂ ਪੀੜ੍ਹੀ ਦੇ ਵਾਰਸੋ, ਰੱਬ ਤੁਹਾਨੂੰ ਤਰੱਕੀਆਂ ਬਖਸ਼ੇ, ਖੁਸ਼ੀਆਂ ਬਖਸ਼ੇ, ਖੇੜੇ ਬਖਸ਼ੇ, ਖੋਏ ਮਲਾਈ ਦੇ ਪੇੜੇ ਬਖਸ਼ੇ, ਵਲਾਇਤਾਂ ਦੇ ਗੇੜੇ ਬਖਸ਼ੇ। ਪਰ ਜਦ ਵੀ ਘਰ ਆਓ, ਸਾਡੇ ਕੋਲ ਬੈਠ ਕੇ ਸਿਰ ਤੇ ਹੱਥ ਰੱਖਣ ਦਾ ਹੱਕ ਨਾ ਸਾਥੋਂ ਖੋਇਓ। ਲੰਮੀ ਉਮਰ ਦੇ ਵਰਦਾਨ ਨੂੰ ਸਰਾਪ ਨਾ ਬਣਾਇਓ। ਸ਼ਾਲਾ ਤੁਸੀਂ ਜੀਵੋ ਥੀਵੋ, ਸ਼ਾਲਾ ਤੁਸੀਂ ਜੀਵੋ ਥੀਵੋ। ਇਹਨਾਂ ਸ਼ਬਦਾਂ ਦੇ ਨਾਲ ਵਿਦਾ ਲੈਂਦਾ ਹਾਂ। ਕਿਸੇ ਦੇ ਮਨ ਨੂੰ ਦੁਖਾਉਣ ਵਾਲੀ ਕੋਈ ਗੱਲ ਬੋਲ ਗਿਆ ਹੋਵਾਂ ਤਾਂ ਉਸ ਵਾਸਤੇ ਖਿਮਾ। ਥੈਂਕ ਯੂ ਸੋ ਮਚ।